हेलो एवरीवन, वेलकम टू माय चैनल जिसका नाम है सिमरन पंजाबी। चैनल मैं खास तौर ਤੇ ਪੰਜਾਬੀ ਦੇ ਸਟੂਡੈਂਟ ਲਈ ਬਣਾਇਆ ਜੋ ਐਂਟੀ ਐਗਜ਼ਾਮ ਤੇ ਮਾਸਟਰ ਗ੍ਰੇਡ ਦੀ ਤਿਆਰੀ ਕਰ ਰਹੇ ਨੇ। ਇੱਥੇ ਆ ਕੇ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ। ਡਿਫਰੈਂਟ ਟਾਈਪ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਰਹੀ ਹਾਂ ਜੋ ਤੁਹਾਡੇ ਐਗਜ਼ਾਮ ਵਾਸਤੇ ਜ਼ਰੂਰੀ ਹੈ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਲਾਈਕ ਜ਼ਰੂਰ ਕਰਿਆ ਕਰੋ, ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ, ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਲੱਗਦੇ ਪਏ ਨੇ। ਇਸ ਤੋਂ ਇਲਾਵਾ ਤੁਸੀਂ ਵੀਡੀਓਜ਼ ਜਾ ਕੇ ਜਿਹੜੀਆਂ ਵੀਡੀਓਜ਼ ਨਹੀਂ ਲੱਭਦੀਆਂ ਦੇਖ ਸਕਦੇ ਹੋ, ਪਲੇਲਿਸਟ ਬਣੀ ਹੋਈ ਹੈ ਕਮਿਊਨਿਟੀ ਬਾਕਸ ਦੇ ਵਿੱਚ, ਮੈਸੇਜ ਜ਼ਰੂਰ ਚੈੱਕ ਕਰਿਆ ਕਰੋ। ਟੌਪਿਕ ਜਿਹੜਾ ਅੱਜ ਕਰਨ ਜਾ ਰਹੇ ਹਾਂ ਉਹ ਨਿਊ ਜਿਹੜੀ ਮੇਰੀ ਬੁੱਕ ਹੈਗੀ ਆ ਜੋ ਕਿ ਅੱਗੋਂ ਮੈਂ ਪੇਪਰਾਂ ਤੋਂ ਬਾਅਦ ਦਵਾਂਗੀ ਤੁਹਾਨੂੰ। ਉਹਨਾਂ ਦੇ ਵਿੱਚੋਂ ਕੁਝ ਟੌਪਿਕ ਜਿਹੜੇ ਹੈਗੇ ਨੇ ਉਹਨਾਂ ਦੇ ਬਾਰੇ ਅਸੀਂ ਪੜ੍ਹਨ ਜਾ ਰਹੇ ਹਾਂ। ਓਕੇ, ਸੋ ਸਭ ਤੋਂ ਪਹਿਲਾਂ ਜਿਹੜਾ ਹੈਗਾ ਹੈ ਸਾਡੇ ਕੋਲ ਵਿਚਕਾਰ ਉਹੀ ਥੋੜਾ ਜਿਹਾ ਮੈਂ ਕਰਵਾਉਣ ਜਾ ਰਹੀ ਹਾਂ। ਪਹਿਲਾ ਜਿਹੜਾ ਹੈਗਾ ਸਾਡੇ ਕੋਲ ਪ੍ਰੀਤਮ ਸਿੰਘ ਸਫੀਰ ਜਿਹੜੇ ਹੈਗੇ ਨੇ ਉਹਨਾਂ ਦੇ ਬਾਰੇ ਅਸੀਂ ਪਹਿਲਾਂ ਪੜਾਂਗੇ। ਸੋ ਇਹਦੇ ਵਿੱਚ ਹੈਗਾ ਕਿ ਪ੍ਰੀਤਮ ਸਿੰਘ ਸਫੀਰ ਜਿਹੜੇ ਹੈਗੇ ਸੀ ਉਹਨਾਂ ਨੇ ਕਿਹੜੇ ਗੁਣ ਜਿਹੜੇ ਹੈਗੇ ਨੇ ਉਹ ਖਾਰਜ ਕਰ ਦਿੱਤੇ ਸੀ। ਮੋਸਟਲੀ ਜਦੋਂ ਉਹਨਾਂ ਨੇ ਰਚਨਾਵਾਂ ਜਿਹੜੀਆਂ ਹੈਗੀਆਂ ਸੀ ਲਿਖੀਆਂ ਸੀ ਉਸ ਸਮੇਂ ਹੀ ਉਹਨਾਂ ਨੇ ਕੀ ਗਏ ਸੀ ਇਸ ਚੀਜ਼ ਨੂੰ ਜਿਹੜੇ ਹੈਗੇ ਸੀ ਨਕਾਰੇ ਸੀ। ਸਾਂਝ ਦੇ ਜਿਹੜੇ ਹੈਗੇ ਸੀ ਗੁਣ ਉਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਕੀ ਗਏ ਸੀ ਖਾਰਿਜ ਕਰ ਦਿੱਤੇ ਸੀ। ਹੁਣ ਇੱਥੇ ਗੱਲ ਕੀਤੀ ਜਾ ਰਹੀ ਹੈ, ਪਹਿਲਾਂ ਤਾਂ ਇਹ ਵੀ ਦੱਸਦਾ ਕਵਿਤਾਵਾਂ ਬਾਰੇ, ਠੀਕ ਹੈ। ਨੈਕਸਟ ਹੈਗਾ ਹੈ ਪ੍ਰੀਤਮ ਸਿੰਘ ਸਫੀਰ ਦਾ ਕਾਵ ਜਿਹੜਾ ਹੈਗਾ ਸੀ ਸੰਬੋਧਿਤ ਸੀ ਕਿਸ ਨੂੰ? ਖੁਦ ਨੂੰ, ਆਪਣੇ ਆਪ ਜਿਹੜਾ ਹੈਗਾ ਹੈ ਉਹਨਾਂ ਨੇ ਉਹਨੂੰ ਹੀ ਕੀ ਗਏ ਸੀ ਇੱਕ ਤਰੀਕੇ ਦੇ ਨਾਲ ਸੰਬੋਧਿਤ ਕੀਤਾ ਸੀ। ਨੈਕਸਟ ਹੈਗੇ ਨੇ ਸਾਡੇ ਕੋਲ ਹੁਣ ਬਾਵਾ ਬਲਵੰਤ। ਹੁਣ ਹੈਗਾ ਕਿ ਬਾਵਾ ਬਲਵੰਤ ਦਾ ਜਿਹੜਾ ਕਾਵ ਜਗਤ ਹੈਗਾ ਸੀ ਉਹਨਾਂ ਦੇ ਵੀ ਕਵਿਤਾਵਾਂ ਦੇ ਬਾਰੇ ਗੱਲ ਕਰਦੇ ਪਏ ਤੇ ਉਸ ਦੇ ਉੱਤੇ ਕਿਹੜਾ ਪ੍ਰਭਾਵ ਹੈਗਾ ਸੀ। ਇੱਕ ਤਾਂ ਸਭ ਤੋਂ ਪਹਿਲਾਂ ਛਾਇਆਵਾਦ ਦਾ ਆਇੰਦਾ ਹੈਗਾ, ਸੈਕਿੰਡ ਜਿਹੜਾ ਹੈਗਾ ਏ ਉਹ ਕੀ ਹੈਗਾ ਸੀ ਵਿਅਕਤੀਵਾਦ ਦਾ, ਫਿਰ ਆਇੰਦਾ ਹੈਗਾ ਨਕਾਰਵਾਦ ਦਾ, ਫਿਰ ਆਇੰਦਾ ਹੈਗਾ ਸੌਂਦਰਯਵਾਦ। ਮੋਸਟਲੀ ਅਗਰ ਗੱਲ ਕੀਤੀ ਜਾਵੇ ਤਾਂ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਹੈਗੀਆਂ ਸੀ ਇਹਨਾਂ ਸਾਰਿਆਂ ਦਾ ਇੱਕ ਤਰੀਕੇ ਨਾਲ ਰਲਿਆ ਮਿਲਿਆ ਹੀ ਪ੍ਰਭਾਵ ਉਹਨਾਂ ਨੇ ਪਾਇਆ ਹੋਇਆ ਸੀ, ਕੋਈ ਇੱਕ ਨਹੀਂ ਹੈਗਾ ਸੀ। ਤੇ ਵਿਦਰੋਹੀ ਇਹਨਾਂ ਦੀ ਜ਼ਿਆਦਾਤਰ ਕੀ ਹੈਗੀ ਸੀ ਸੁਰ ਹੈਗੀ ਸੀ, ਪ੍ਰਗਤੀਵਾਦ ਨੂੰ ਜ਼ਿਆਦਾਤਰ ਇਹ ਬੜਾਵਾ ਦਿੰਦੇ ਸੀ। ਹੁਣ ਬਗਾਵਤ ਦਾ ਕਵੀ ਵੀ ਕਿਹਾ ਜਾਂਦਾ ਹੈਗਾ ਬਾਬਾ ਬਲਵੰਤ ਨੂੰ। ਡਾਕਟਰ ਹਰਭਜਨ ਸਿੰਘ ਦੀ ਕਵਿਤਾ ਵਿੱਚ ਕਿਹੜਾ ਵਿਅਕਤੀ ਦੇਖਣ ਨੂੰ ਮਿਲਦਾ ਹੈ? ਵਿਅਕਤੀ ਦੀ ਗੱਲ ਕੀਤੀ ਗਈ ਹੈ ਕਿ ਸੰਦੇਹ ਤੇ ਅਵਿਸ਼ਵਾਸ ਵਾਲਾ ਵਿਅਕਤੀ। ਇਹ ਵਿੱਚੋਂ ਜਿਹੜੇ ਹੈਗੇ ਨੇ ਉਹਨਾਂ ਦੇ ਬਾਰੇ ਇੱਥੇ ਦੱਸਿਆ ਗਿਆ ਵਾ। ਨੈਕਸਟ ਹੈਗਾ ਵਾ ਰੋਮਾਂਟਿਕ ਪੰਜਾਬੀ ਕਵਿਤਾ ਦਾ ਜਨਮ ਹੋਇਆ ਸੀ ਕਿੱਥੋਂ? ਹੇਰਵੇ ਤੇ ਅਤੀਤ ਮੁਕਤਾ ਜਿਹੜੀ ਕਿ ਸੀ ਉਸ ਦੇ ਵਿੱਚੋਂ ਹੀ ਇਸ ਦਾ ਜਨਮ ਜਿਹੜਾ ਹੋਇਆ ਸੀ। ਹੁਣ ਇਹ ਗੱਲ ਕੀਤੀ ਗਈ ਹੈ ਰੋਮਾਂਟਿਕ ਪੰਜਾਬੀ ਕਵਿਤਾ ਦੀ। ਪ੍ਰੋਫੈਸਰ ਪੂਰਨ ਸਿੰਘ ਦੇ ਰੋਮਾਂਸਵਾਦ ਦਾ ਲੱਛਣ ਯਥਾਰਥ ਨੂੰ ਕੀ ਬਣਾ ਦੇਣਾ ਹੈ? ਅਣਯਥਾਰਥਕ, ਮਤਲਬ ਜੋ ਰੋਮਾਂਸਵਾਦ ਦੀ ਗੱਲ ਕੀਤੀ ਗਈ ਹੈ ਕਿ ਜੋ ਅਸੀਂ ਮੋਸਟਲੀ ਦੇਖਦੇ ਹੈਗੇ ਆ ਉਸਦਾ ਉਲਟਾ ਕਹਿ ਸਕਦੇ ਹੋ ਕਿ ਜੋ ਸੱਚ ਹੈਗਾ ਯਥਾਰਥ ਹੈਗਾ ਹੈ ਉਸਨੂੰ ਕੀ ਕਹਵਾ ਅਣਯਥਾਰਥਕ ਤੌਰ ਦੇ ਉੱਤੇ ਉਹਨਾਂ ਨੇ ਇਸ ਨੂੰ ਸਾਹਮਣੇ ਕੀਤਾ ਸੀ। ਪ੍ਰੋਫੈਸਰ ਪੂਰਨ ਸਿੰਘ ਦਾ ਇਹ ਲੱਛਣ ਮੰਨਿਆ ਜਾਂਦਾ ਹੈ। ਘਰ ਦੀ ਗਹਿਲ ਰਚਨਾ ਕਿਸ ਦੀ ਇਸ ਦੇ ਵਿੱਚ ਪੁੱਛੀ ਹੈ? ਪ੍ਰੋਫੈਸਰ ਪੂਰਨ ਸਿੰਘ ਦੀ। ਨੈਕਸਟ ਹੈਗੇ ਨੇ ਸਾਡੇ ਕੋਲ ਨੰਦ ਲਾਲ ਨੂਰਪੁਰੀ ਦੇ ਗੀਤ ਦੇ ਲੱਛਣ ਕੀ ਹੈਗੇ ਸੀ? ਮੁਹੱਬਤ ਦੇ ਜਜ਼ਬੇ ਨੂੰ ਕਲਪਨਾ ਦੇ ਵਿੱਚ ਪੇਸ਼ ਕਰਨਾ। ਜੋ ਵੀ ਜਿਹੜਾ ਜਜ਼ਬਾ ਹੈਗਾ ਸੀ ਉਸਨੂੰ ਵਲੇਟ ਕੇ ਕਿਸ ਦੇ ਵਿੱਚ ਪੇਸ਼ ਕੀਤਾ ਸੀ ਉਹਨਾਂ ਨੇ? ਕਲਪਨਾ ਦੇ ਵਿੱਚ। ਅੱਗੇ ਆਇਂਦਾ ਸਾਡੇ ਕੋਲ ਅਸਤਿਤਵਵਾਦੀ ਵਿਚਾਰਧਾਰਾ ਜਿਹੜੀ ਕਿ ਹੋਣੀ ਤੇ ਹੋਂਦ ਦੇ ਉੱਤੇ ਕੀ ਹੈਗਾ ਮਨੁੱਖ ਦੇ ਜ਼ਿਆਦਾਤਰ ਡਿਪੈਂਡ ਕਰਦੀ ਗਈ ਹੈ ਕਿ ਅਸਤਿਤਵਵਾਦੀ ਵਿਚਾਰਧਾਰਾ ਦਾ ਅਰਥ ਵਿਸਤਾਰ ਕਿਸ ਦੁਆਲੇ ਘੁੰਮਦਾ ਹੈ? ਹੋਂਦ ਜਿਹੜੀ ਹੈਗੀ ਹੈ ਮਨੁੱਖ ਦੀ ਉਹ ਕੋਈ ਹੋਣੀ ਹੋਣ ਤੋਂ ਪਹਿਲਾਂ ਦੀ ਹੈ। ਕਹਿ ਸਕਦੇ ਹੋ ਕਿ ਮਨੁੱਖ ਦੀ ਜਿਹੜੀ ਹੋਂਦ ਹੈਗੀ ਹੈ ਅਸਤਿਤਵ ਇਹੋ ਹੁੰਦਾ ਨਾ ਕਿ ਜਿਵੇਂ ਕਹਿੰਦੇ ਤੇਰਾ ਕੀ ਅਸਤਿਤਵ ਹੈਗਾ, ਤੇਰੀ ਹੋਂਦ ਕੀ ਹੈਗੀ ਹੈ ਮਨੁੱਖ ਦੀ। ਤੇ ਜ਼ਿਆਦਾਤਰ ਇਹ ਤਾਂ ਇਸ ਉੱਤੇ ਸੋਚ ਵਿਚਾਰ ਉਦੋਂ ਸ਼ੁਰੂ ਹੋਇਆ ਸੀ ਜਦੋਂ ਕਿ ਸੈਕਿੰਡ ਵਰਲਡ ਵਾਰ ਜਿਹੜੀ ਸ਼ੁਰੂ ਹੋਈ ਸੀ। ਉਸ ਤੋਂ ਬਾਅਦ ਜਿਹੜੀਆਂ ਮੌਤਾਂ ਹੋਈਆਂ ਸੀ, ਇਨਸਾਨ ਜਿਹੜਾ ਹੈਗਾ ਸੀ ਉਹ ਕਾਫੀ ਘਬਰਾ ਗਿਆ ਸੀ। ਉਸ ਸਮੇਂ ਮਨੁੱਖ ਨੂੰ ਆਪਣੀ ਹੋਂਦ, ਅੱਜ ਵੀ ਅਗਰ ਦੇਖਦੇ ਜਦੋਂ ਕਰੋਨਾ ਦਾ ਟਾਈਮ ਸੀ ਤਾਂ ਮਨੁੱਖ ਦੀ ਆਪਣੀ ਹੋਂਦ ਜਿਹੜੀ ਹੈਗੀ ਸੀ ਉਹ ਖਤਰੇ ਦੇ ਵਿੱਚ ਹੈਗੀ ਸੀ। ਜਿਵੇਂ ਕਹਿੰਦੇ ਨਾ ਕਿ
ਕੋਈ ਜਾਤੀਆਂ ਹੁੰਦੀਆਂ ਨੇ ਜਾਨਵਰਾਂ ਦੀਆਂ ਜਾਂ ਫਿਰ ਦੂਸਰੀਆਂ ਜੀਵ ਜਿਹੜੇ ਜੰਤੂ ਹੁੰਦੇ ਉਹਨਾਂ ਦੀ ਜਿਹੜੀ ਜਾਤੀ ਉਹਨਾਂ ਦੀ ਹੋਂਦ ਖਤਰੇ 'ਚ ਪੈਂਦੀ ਹੈ। ਸੋ ਉਹੀ ਹੈਗੇ ਮਨੁੱਖ ਦੀ ਹੋਂਦ ਵੀ ਇਸ ਦੇ ਵਿੱਚ ਖਤਰੇ ਦੇ ਵਿੱਚ ਹੈਗੀ ਸੀ। ਸੋ ਜ਼ਿਆਦਾਤਰ ਅਸਤਿਤਵਵਾਦੀ ਵਿਚਾਰਧਾਰਾ ਦਾ ਜੋ ਵੀ ਅਰਥ ਵਿਸਤਾਰ ਹੈ, ਮਤਲਬ ਜੋ ਵੀ ਚੀਜ਼ਾਂ ਹੈਗੀਆਂ ਨੇ ਕਿਸ ਦੁਆਲੇ ਘੁੰਮਦੀਆਂ ਨੇ, ਹੋਂਦ ਤੇ ਹੋਣੀ ਦੇ ਆਲੇ ਦੁਆਲੇ ਹੀ ਘੁੰਮਦੀਆਂ ਨੇ। ਅਸਤਿਤਵਵਾਦ ਨੂੰ ਪ੍ਰਸਿੱਧ ਬਣਾਉਣ 'ਚ ਸਭ ਤੋਂ ਜ਼ਿਆਦਾ ਹੱਥ ਹੈਗਾ ਸੀ ਜੌਨ ਪਾਲ ਸਾਰਤਰ ਦਾ। ਅਸਤਿਤਵਵਾਦੀ ਵਿਚਾਰਧਾਰਾ ਦਾ ਪ੍ਰਵਰਤਕ ਜਿਹੜੇ ਹੈਗੇ ਸੀ ਉਹ ਡੈਨਮਾਰਕ ਹੈਗੇ ਸੀ। ਹੁਣ ਕਿਰਕੇਗਾਰਡ ਜਿਹੜੇ ਹੈਗੇ ਸੀ ਉਹਨਾਂ ਨੇ ਕਿਸ ਦੇ ਵਿਰੋਧ ਵਿੱਚ ਅਸਤਿਤਵਵਾਦ ਨੂੰ ਜਨਮ ਦਿੱਤਾ ਹੈਗਾ ਸੀ? ਉਹਨਾਂ ਨੇ ਤਰਕਵਾਦ ਦੇ ਵਿਰੋਧ ਦੇ ਵਿੱਚ ਅਸਤਿਤਵਵਾਦ ਨੂੰ ਜਨਮ ਦਿੱਤਾ ਸੀ। ਸੋ ਹਰ ਇੱਕ ਦੀ ਆਪਣੀ ਆਪਣੀ ਰਾਏ ਸੀ, ਕੋਈ ਕਿਸੇ ਚੀਜ਼ ਨੂੰ ਮੰਨਦਾ ਹੈ, ਕੋਈ ਕਿਸੇ ਨੂੰ। ਸੋ ਇਹ ਜਿਹੜਾ ਹੈਗਾ ਹੈ ਕਿ ਤਰਕ ਜਿਹੜਾ ਹੈਗਾ ਸੀ ਉਸ ਦੇ ਵਿਰੋਧ ਦੇ ਵਿੱਚ ਜਿਹੜਾ ਹੈਗਾ ਵਾ ਅਸਤਿਤਵ ਨੂੰ ਉਹਨਾਂ ਨੇ ਇੱਕ ਤਰੀਕੇ ਨਾਲ ਜਨਮ ਜਿਹੜਾ ਦਿੱਤਾ ਸੀ। ਕਿਰਕੇਗਾਰਡ ਦੀ ਜਿਹੜੀ ਸੱਚ ਸੰਬੰਧੀ ਘੋਸ਼ਣਾ ਉਹਨਾਂ ਨੇ ਕੀ ਕਿਹਾ ਹੈਗਾ ਸੀ ਕਿ ਜਿਵੇਂ ਜੋ ਵੀ ਸੱਚ ਰਿਐਲਿਟੀ ਜਿਵੇਂ ਕਹਿ ਸਕਦੇ ਹੋ ਉਸ ਦੇ ਬਾਰੇ ਉਹਨਾਂ ਨੇ ਕਿਹਾ ਸੀ ਕਿ ਸੱਚ ਸਦਾ ਆਤਮਗਤ ਹੁੰਦਾ ਹੈ, ਕਦੀ ਵੀ ਵਸਤੂਗਤ ਨਹੀਂ ਹੁੰਦਾ। ਠੀਕ ਹੈ, ਸੱਚ ਜਿਹੜਾ ਕਹਿ ਸਕਦੇ ਹੋ ਤੁਸੀਂ ਅੰਦਰੂਨੀ ਹੁੰਦਾ ਹੈ, ਕਿਸੇ ਵੀ ਤਰੀਕੇ ਦੇ ਨਾਲ ਇਹ ਬਾਹਰੀ ਜਿਹੜਾ ਹੈਗਾ ਹੈ ਬਿਲਕੁਲ ਨਹੀਂ ਹੁੰਦਾ। ਤੇ ਅੱਗੇ ਹੈਗਾ ਹੈ ਯਸਪਰਸ ਤੇ ਹੈਡਿਗਰ ਕਿਸ ਵਿਚਾਰਧਾਰਾ ਦੇ ਨਾਲ ਸੰਬੰਧਿਤ ਹੈ? ਅਸਤਿਤਵ। ਸੋ ਇੱਥੇ ਇੱਕ ਅਸੀਂ ਪੜਿਆ ਹੈਗਾ ਵਾ ਜੌਨ ਪਾਲ ਸਾਰਤਰ, ਸੈਕਿੰਡ ਹੈਗੇ ਨੇ ਇਸ ਦੇ ਵਿੱਚ ਡੈਨਮਾਰਕ, ਥਰਡ ਹੈਗੇ ਨੇ ਕਿਰਕੇਗਾਰਡ, ਫੋਰਥ ਤੇ ਫਿਫਥ ਹੈਗੇ ਨੇ ਸਾਡੇ ਕੋਲ ਯਸਪਰਸ ਤੇ ਹੈਡਿਗਰ। ਸੋ ਇਹ ਜਿਹੜੇ ਹੈਗੇ ਨੇ ਕਿਸ ਦੇ ਵਿੱਚ ਆ ਗਏ ਨੇ? ਇਹ ਅਸਤਿਤਵਵਾਦ ਦੇ ਵਿੱਚ ਆ ਗਏ। ਕਾਊਂਟ ਕਰੀ ਜਾਓ ਨਾਲ ਦੇ ਨਾਲ, ਇਹ ਵੀ ਯਾਦ ਹੋ ਜਾਣਗੇ ਕਿ ਕਿਹੜੇ ਕਿਹੜੇ ਰਾਈਟਰਸ ਹੈਗੇ ਸੀ ਜੋ ਕਿ ਇਸ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਸੀ। ਅੱਗੇ ਆਇੰਦਾ ਹੈਗਾ ਵਾ ਐਕਸਟੈਂਜਲਿਜ਼ਮ ਜਿਹੜਾ ਸ਼ਬਦ ਹੈਗਾ, ਹੁਣ ਉਹ ਸ਼ਬਦ ਆਇਆ ਕਿੱਥੋਂ ਸੀ? ਇਹ ਫਰਾਂਸੀਸੀ ਜਿਹੜਾ ਸ਼ਬਦ ਹੈਗਾ ਸੀ ਐਕਸਟੈਂਜਲਿਜ਼ਮੀ ਤੋਂ ਹੀ ਇਹ ਜਿਹੜਾ ਸ਼ਬਦ ਹੈਗਾ ਸੀ ਉਹ ਬਣਿਆ ਸੀ। ਸੋ ਪਤਾ ਹੀ ਹੈ ਕਿ ਫਰਾਂਸੀਸੀ ਹੋ ਜਾਂਦਾ, ਦੂਸਰੇ ਇਹੋ ਜਿਹੇ ਸ਼ਬਦ ਨੇ ਉੱਥੇ ਦੂਸਰੇ ਤਰੀਕੇ ਦੇ ਨਾਲ ਸ਼ਬਦ ਜਿਹੜੇ ਹੈਗੇ ਨੇ ਉਹ ਜਿਹੜੇ ਹੈਗੇ ਨੇ ਬੋਲੇ ਜਾਂਦੇ ਨੇ। ਸੋ ਉੱਥੋਂ ਇਹ ਜਿਹੜਾ ਹੈਗਾ ਵਾ ਐਕਸਟੈਂਜਲਿਜ਼ਮ ਜਿਹੜਾ ਸ਼ਬਦ ਹੈਗਾ ਸੀ ਉਹ ਬਣਿਆ ਹੈ। ਤੇ ਅਸਤਿਤਵਵਾਦ ਦੀ ਪਰਾ ਭੌਤਿਕੀ, ਹੁਣ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਹੋ ਕਿ ਭੌਤਿਕੀ ਜਿਹੜੇ ਹੁੰਦੇ ਨੇ ਜਿਵੇਂ ਹੁਣ ਫੋਰ ਐਗਜ਼ਾਮਪਲ ਅਗਰ ਕਹਿ ਸਕਦੇ ਹੋ ਕਿ ਅਸੀਂ ਜਿੰਨਾ ਵਸਤੂਆਂ ਨੂੰ ਦੇਖ ਸਕਦੇ ਹਾਂ, ਛੂ ਸਕਦੇ ਹਾਂ, ਇਸ ਤਰੀਕੇ ਦੇ ਨਾਲ ਹੋ ਜਾਂਦਾ ਹੈ। ਸੋ ਅਗਰ ਇਸਨੇ ਪਰਾ ਲਗਾ ਦਿੰਦੇ ਜਾਂਦੇ ਆ ਤਾਂ ਉਹ ਚੀਜ਼ ਜਿਹੜੀ ਹੋ ਜਾਂਦੀ ਹੈ ਕੁਛ ਇਹੋ ਜਿਹੀ ਹੁੰਦੀ ਹੈ ਜਿਹੜੀ ਕਿ ਬਿਲੀਵ ਨਹੀਂ ਕਰ ਸਕਦੇ ਅਸੀਂ। ਜਿਵੇਂ ਕਹਿ ਸਕਦੇ ਨਾ ਕਿ ਇਨਸਾਨ ਦੀ ਜਿਹੜੀ ਹੋਂਦ ਜਿਸ ਦੇ ਵਿੱਚ ਨਹੀਂ ਹੁੰਦੀ, ਜਿਵੇਂ ਗੋਸ਼ਟ ਹੋ ਜਾਂਦੇ ਦੂਸਰੀ ਚੀਜ਼ਾਂ। ਸੋ ਇਸ ਤਰੀਕੇ ਦੇ ਨਾਲ ਅਸੀਂ ਇਸਨੂੰ ਸਮਝ ਸਕਦੇ ਹੈਗੇ। ਫੋਰ ਐਗਜ਼ਾਮਪਲ ਦਿੱਤੀ ਹੋਈ ਮੈਂ। ਸੋ ਇਸ ਦਾ ਜਿਹੜਾ ਨਿਰਮਾਣ ਹੈਗਾ ਉਹ ਉਸ ਦੇ ਵਿੱਚ ਯੋਗਦਾਨ ਦਿੱਤਾ ਸੀ ਮਾਰਸਲ ਨੇ। ਸੋ ਇੱਕ ਹੋਰ ਸਾਡੇ ਕੋਲ ਪਰਸਨ ਆ ਗਏ ਨੇ ਮਾਰਸਲ ਇਸ ਦੇ ਵਿੱਚ। ਐਕਸਟੈਂਸ਼ਨਲਿਜ਼ਮ ਸ਼ਬਦ ਜਿਹੜਾ ਹੈਗਾ ਸੀ, ਹੁਣ ਇਹ ਜਿਹੜਾ ਨਿਰਮਾਣ ਕੀਤਾ ਸੀ ਇਸ ਦਾ ਸਿਹਰਾ ਬਣਦਾ ਹੈਗਾ ਵਾ ਜੇਬਰੀਅਲ ਮਾਰਸਲ ਦੇ ਉੱਤੇ। ਐਕਸਟੈਂਸ਼ਨਲਿਜ਼ਮ ਸ਼ਬਦ ਜਿਹੜਾ ਹੈਗਾ ਹੈ ਹੁਣ ਇਹ ਜਰਮਨ ਸ਼ਬਦ ਜਿਹੜਾ ਹੈਗਾ ਹੈ ਨਾਲ ਸੰਬੰਧ ਜੋੜਿਆ ਗਿਆ ਹੈਗਾ। ਹੁਣ ਇਹ ਜਿਹੜਾ ਹੈਗਾ ਵਾ ਇਸ ਦਾ ਸ਼ਬਦ ਦਾ ਇੱਕ ਹੋਰ ਸ਼ਬਦ ਦੇ ਨਾਲ ਜਿਹੜਾ ਜੋੜਿਆ ਗਿਆ ਰਿਸ਼ਤਾ ਹੈਗਾ ਵਾ ਐਕਸਟੈਂਸ਼ਨ ਫਿਲੋਸਫੀਆ ਜਿਹੜਾ ਹੈਗਾ ਉਸ ਦੇ ਨਾਲ ਇਸ ਦਾ ਜਿਹੜਾ ਸੰਬੰਧ ਜੋੜਿਆ ਗਿਆ। ਹੈਡਿਗਰ ਜਿਹੜੇ ਹੈਗੇ ਨੇ ਉਹਨਾਂ ਦੇ ਮੁਤਾਬਕ ਕਿ ਅਸਤਿਤਵਵਾਦ ਜਿਹੜਾ ਹੈਗਾ ਮਾਨਵੀ ਅਸਤਿਤਵਵਾਦ ਦਾ ਕਿਹੜਾ ਵਿਵਰਣ ਪੇਸ਼ ਕਰਦਾ, ਜਾਂ ਫਿਰ ਇਹ ਕਹਿ ਸਕਦੇ ਹੋ ਕਿ ਕਿਹੜੀ ਸਾਈਡ ਉਹ ਮਨੁੱਖ ਦੇ ਅਸਤਿਤਵ ਦੀ ਪੇਸ਼ ਕਰਦੇ ਹੈਗੇ ਨੇ। ਫਿਨਾਮੇਨਾਲੋਜੀਕਲ ਜਿਹੜਾ ਹੈਗਾ ਹੈ ਇਸ ਦੇ ਵਿੱਚ ਕਹਿ ਸਕਦੇ ਹੋ ਕਿ ਬੇਸਡ ਔਨ ਐਕਸਪੀਰੀਅੰਸ ਜਿਹੜੀ ਅਸੀਂ ਥਿੰਗਸ ਕਹਿ ਸਕਦੇ ਹੋ ਕਿ ਮਹਿਸੂਸ ਕਰਦੇ ਹਾਂ ਜਾਂ ਫਿਰ ਉਹਨਾਂ ਦੇ ਬਾਰੇ ਦੇਖਦੇ ਹਾਂ, ਫਿਰ ਉਹਨਾਂ ਨੂੰ ਫੀਲ ਕਰ ਸਕਦੇ ਹਾਂ, ਹੀਅਰ ਕਰ ਸਕਦੇ ਹਾਂ, ਇਸ ਤਰ੍ਹਾਂ ਇਸਨੂੰ ਤੁਸੀਂ ਲੈ ਸਕਦੇ ਹੋ। ਹੁਣ ਅੱਗੇ ਹੈਗਾ ਵਾ ਫਿਨਾਮੇਨਾਲੋਜੀਕਲ ਦਾ ਅਰਥ ਇੱਕ ਤਰੀਕੇ ਨਾਲ ਜਿਹੜਾ ਥੋੜਾ ਜਿਹਾ ਇਹਦੇ ਵਿੱਚ ਉਹਨਾਂ ਨੇ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮਾਨਵੀ ਅਸਤਿਤਵ ਇੰਨਾ ਸਰਲ ਨਹੀਂ ਹੈਗਾ ਕਿ ਉਹਨੂੰ ਇੱਕੋ ਝਾਤ ਦੇ ਵਿੱਚ ਸਮਝਿਆ ਜਾ ਸਕੇ। ਸੋ ਇਸ ਨੂੰ ਐਕਸਪੀਰੀਅੰਸ ਦੇ ਤੌਰ ਤੇ ਸਮਝਿਆ ਜਾਂਦਾ ਹੈਗਾ ਵਾ ਕਾਫੀ ਜ਼ਿਆਦਾ ਮੁਸ਼ੱਕਤ ਕਰਕੇ। ਸੋ ਇੱਕ ਤਰੀਕੇ ਨਾਲ ਇਹ ਦਿਮਾਗੀ ਤੌਰ ਤੇ ਜਿਵੇਂ ਕਹਿ ਸਕਦੇ ਹੋ ਨਾ ਉਹ ਚੀਜ਼ ਆਈਂਦੀ ਗਈ ਹੈ ਕਿ ਉਹ ਇਨਸਾਨ ਸਮਝਦਾ ਹੈਗਾ ਜਿਸਨੇ ਕਾਫੀ ਜ਼ਿਆਦਾ ਤਰੱਕੀ ਜਿਹੜੀ ਆਪਣੇ ਦਿਮਾਗੀ ਤੌਰ ਤੇ ਕੀਤੀ ਹੁੰਦੀ ਹੈ। ਫਿਨਾਮੇਨਾਲੋਜੀਕਲ ਕਿਸ ਵਿਧੀ ਤੇ ਆਧਾਰਿਤ ਹੈਗਾ ਹੈ ਕਿ ਵਾਸਤਵਿਕ ਅਸਤਿਤਵ ਰੂਪਾਂ ਨੂੰ ਬ੍ਰੈਕਟ ਕਰਕੇ ਮਾਨਵੀ ਅਸਤਿਤਵ ਦੇ ਸਾਰ ਤੱਤ ਨੂੰ ਸਮਝਿਆ ਜਾ ਸਕੇ। ਉਹ ਹੀ ਆ ਗਿਆ ਕਿ
ਦਿਮਾਗ ਇਸ ਤਰੀਕੇ ਨਾਲ ਆਪਣਾ ਇਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਕਿ ਇੱਕ ਮਨੁੱਖ ਨੂੰ ਇੱਕ ਤਰੀਕੇ ਦੇ ਨਾਲ ਨਹੀਂ ਅਸੀਂ ਸਮਝ ਸਕਦੇ ਹੈਗੇ। ਅਗਰ ਜਿਹੜੇ ਇਸ ਤਰ੍ਹਾਂ ਦੇ ਸ਼ੋਧਕਰਤਾ ਹੈਗੇ ਆ, ਜਦੋਂ ਉਹ ਇਹੋ ਜਿਹੀ ਚੀਜ਼ਾਂ ਕਰਦੇ ਹਨ ਕਿ ਉਹ ਮਨੁੱਖ ਦੇ ਸਿਰਫ ਇੱਕ ਪਾਰਟ ਦੇ ਉੱਤੇ ਧਿਆਨ ਨਹੀਂ ਦਿੰਦੇ ਹੈਗੇ ਕਿ ਕਿਸ ਤਰ੍ਹਾਂ ਉਹ ਸੋਚਦਾ ਹੈ, ਕਿਹੜੇ ਪੱਖਾਂ ਤੋਂ ਸੋਚਦਾ ਹੈ, ਕਿਸ ਤਰੀਕੇ ਨਾਲ ਸੋਚਦਾ ਹੈ, ਤੇ ਜਦੋਂ ਇਹ ਸੋਚ ਹੁੰਦੀ ਹੈ ਉਹ ਕਿਸ ਤਰੀਕੇ ਦੇ ਨਾਲ ਜ਼ਿਆਦਾ ਵੱਧਦੀ ਗਈ ਹੈ। ਸੋ ਕਿ ਮਨੁੱਖ ਕਿੱਥੋਂ ਕਿੱਥੋਂ ਤੱਕ ਜਾ ਸਕਦਾ ਹੈਗਾ, ਤੇ ਉਹੀ ਆ ਕਿ ਮਨੁੱਖ ਦੇ ਅਸਤਿਤਵ ਨੂੰ ਅਸੀਂ ਇੱਕੋ ਤਰੀਕੇ ਦੇ ਨਾਲ ਸਮਝਿਆ ਨਹੀਂ ਜਾ ਸਕਦਾ ਗਾ। ਹੁਣ ਜਿਵੇਂ ਵਾਸਤਵਿਕ ਉਸਦੇ ਰੂਪਾਂ ਨੂੰ ਜੋ ਵੀ ਗਏ ਨੇ, ਉਸਨੂੰ ਅਸੀਂ ਬ੍ਰੈਕਟ ਕਰਕੇ ਉਸਦੇ ਸਾਰ ਤੱਤ ਨੂੰ ਸਮਝ ਸਕਦੇ ਹਾਂ। ਜਿਵੇਂ ਕੋਈ ਵੀ ਅਸੀਂ ਪਾਠ ਹੁੰਦਾ ਹੈ ਜੋ ਵੀ, ਉਸਨੂੰ ਟੋਟਿਆਂ ਦੇ ਵਿੱਚ ਲਰਨ ਕਰਦੇ ਗਏ ਆ, ਤੋੜ ਕੇ ਹੋਰ ਤੋੜ ਕੇ, ਉਸੇ ਤਰੀਕੇ ਨਾਲ ਮਨੁੱਖ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈਗਾ। ਹੁਣ ਇਸ ਵਿਧੀ ਦੇ ਸਿਰਜਕ ਕੌਣ ਹੈਗੇ ਸੀ? ਐਡਮੰਡ ਹਰਿਸਲ ਹੈਗੇ ਸੀ। ਰੋਮਾਂਸਵਾਦ ਅੱਗੇ ਆ ਗਿਆ ਕਿ ਇਸ ਦੀ ਲਹਿਰ ਦਾ ਸਭ ਤੋਂ ਪਹਿਲਾਂ ਕਿੱਥੇ ਪੈਦਾ ਹੋਈ ਸੀ? ਫਰਾਂਸ ਦੇ ਵਿੱਚ ਸਭ ਤੋਂ ਪਹਿਲਾਂ ਇਹ ਜਿਹੜੀ ਲਹਿਰ ਸੀ ਉਹ ਪੈਦਾ ਹੋਈ ਸੀ। ਤੇ ਰੋਮਾਂਸਵਾਦੀ ਲਹਿਰ ਦੇ ਮੋਢੀ ਉਸ ਤਰੀਕੇ ਦੇ ਕੌਣ ਹੈਗੇ ਸੀ? ਰੂਸੋ ਹੈਗੇ ਸੀ। ਫਰਾਂਸ ਵਿੱਚ 1799 ਵਿੱਚ ਇੱਕ ਕ੍ਰਾਂਤੀ ਆਈ ਜਿਸ ਦਾ ਪ੍ਰੇਰਨਾ ਸਰੋਤ ਕੌਣ ਸੀ? ਰੂਸੋ ਸੀ। ਠੀਕ ਹੈ, ਸੋ ਰੋਮਾਂਸਵਾਦੀ ਉਹੀ ਹੋਏਗੀ। ਅੱਗੇ ਹੈਗਾ ਹੈ ਮੈਨ ਇਜ਼ ਬੋਰਨ ਫ੍ਰੀ ਬਟ ਐਵਰੀਵੇਅਰ ਹੀ ਇਜ਼ ਇਨ ਚੇਨ। ਕਥਨ ਹੈਗਾ ਹੈ ਇਹ ਰੂਸੋ ਦਾ। ਇਸ ਤਰੀਕੇ ਦੇ ਕਥਨ ਜਿੱਥੇ ਵੀ ਤੁਹਾਨੂੰ ਮਿਲਦੇ ਨੇ ਉਹਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਯਾਦ ਰੱਖਿਆ ਕਰੋ, ਪੁਆਇੰਟ ਰੱਖਿਆ ਕਰੋ। ਉਹ ਵੀ ਜਿਹੜੇ ਜਿਨ੍ਹਾਂ ਨੇ ਖਾਸ ਕਰਕੇ ਜਿਹੜੇ ਫੇਮਸ ਰਾਈਟਰਸ ਹੁੰਦੇ ਨੇ ਉਹਨਾਂ ਦੇ ਦੁਆਰਾ ਦਿੱਤੇ ਹੁੰਦੇ ਨੇ। ਅੱਗੇ ਕਵਾ ਰੋਮਾਂਸਵਾਦੀ ਲਹਿਰ ਤੋਂ ਪਹਿਲਾਂ ਕਿਹੜੇ ਸਾਹਿਤ ਦਾ ਜ਼ੋਰ ਸੀ? ਸਨਾਤਨੀ। ਉਹੀ ਆ ਗਿਆ ਕਿ ਮਨੁੱਖ ਨੂੰ ਇੱਕ ਜੰਜੀਰਾਂ 'ਚ ਬੰਨਿਆ ਸੀ। ਜਦੋਂ ਇਹ ਲਹਿਰ ਆਈ ਤਾਂ ਮਨੁੱਖ ਆਜ਼ਾਦ ਹੋਣਾ ਸ਼ੁਰੂ ਹੋ ਗਿਆ। ਉਸਦਾ ਘੇਰਾ ਜਿਹੜਾ ਸੀ ਸੋਚ ਦਾ, ਕਲਪਨਾ ਉਸ ਦੇ ਵਿੱਚ ਆ ਗਈ, ਉਹ ਕਿਤੇ ਹੋਰ ਦੀ ਹੋਰ ਉਡਾਰੀ ਉਹ ਮਾਰਨ ਲੱਗ ਪਏ ਸੀ। ਰੋਮਾਂਸ ਸ਼ਬਦ ਕਿਸ ਤੋਂ ਹੋਂਦ ਚ ਆਇਆ ਸੀ? ਰੋਮੈਂਟ ਸ਼ਬਦ ਜਿਹੜਾ ਸੀ ਉਸ ਤੋਂ ਹੋਂਦ ਦੇ ਵਿੱਚ ਇਹ ਜਿਹੜਾ ਵਰਡ ਆਇਆ ਸੀ। ਰੋਮਾਂਸ ਸ਼ਬਦ ਤੋਂ ਭਾਵ ਕਿਹੜਾ ਹੈਗਾ ਕਿ ਅਜਿਹੀ ਕਾਵ ਕਥਾ ਜਿਸ ਚ ਕਲਪਨਾ, ਅਤਕਥਨੀ, ਅਦਭੁਤ ਰਸ ਦੀ ਜਿਹੜੀ ਹੈਗੀ ਆ ਪ੍ਰਧਾਨਤਾ ਹੋਵੇ। ਸੋ ਇਹ ਰੋਮਾਂਸ ਇਸ ਨੂੰ ਸ਼ਬਦ ਨੂੰ ਇਸ ਤਰੀਕੇ ਨਾਲ ਇਹਨਾਂ ਨੇ ਇੱਥੇ ਐਕਸਪਲੇਨ ਕੀਤਾ ਹੈਗਾ। ਬਟ ਇੱਥੇ ਅਗਰ ਕਿਹਾ ਜਾਵੇ ਤਾਂ ਇਹ ਉਹਨਾਂ ਨੇ ਰੋਮਾਂਸਵਾਦੀ ਰਚਨਾ ਦੀ ਇੱਕ ਤਰੀਕੇ ਨਾਲ ਐਕਸਪਲੇਨੇਸ਼ਨ ਦਿੱਤੀ ਹੈਗੀ, ਨਾ ਕਿ ਰੋਮਾਂਸ ਸ਼ਬਦ ਦੀ, ਜਿੱਥੋਂ ਤੱਕ ਪੜ੍ਹ ਕੇ ਲੱਗਦਾ ਪਿਆ। ਨੈਕਸਟ ਹੈਗਾ ਰੋਮਾਂਸ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ ਕੀਤੀ ਸੀ ਕਿਸਨੇ? ਕਾਰ ਰਾਏ ਨੇ। ਹੁਣ ਇੱਥੇ ਜਿਹੜੇ ਜਿਹੜੇ ਰੋਮਾਂਸ ਵਾਲੇ ਜਿਹੜੇ ਰਾਈਟਰ ਆਏ ਨੇ ਜਿਨ੍ਹਾਂ ਨੇ ਉਸ ਦੇ ਵਿੱਚ ਦਿੱਤਾ, ਪਹਿਲੋਂ ਜਿਹੜੇ ਲੰਘ ਕੇ ਗਏ ਸੋ ਉਹਨਾਂ ਨੂੰ ਵੀ ਇੱਕ ਤਰੀਕੇ ਨਾਲ ਨੋਟ ਆਊਟ ਕਰ ਦੇਣਾ। ਬੈਕ ਟੂ ਨੇਚਰ ਦਾ ਨਾਰਾ ਦਿੱਤਾ ਸੀ ਕਿਸਨੇ? ਰੂਸੋ ਨੇ। ਰੋਮਾਂਸਵਾਦ ਦਾ ਇੱਕੋ ਗੁਣ ਹੈਗਾ ਸੀ ਦੂਰੀ। ਠੀਕ ਹੈ, ਸੋ ਅੱਗੇ ਗਵਾ ਕਿ ਇੰਗਲੈਂਡ ਵਿੱਚ ਹੁਣ ਰੋਮਾਂਸਵਾਦ ਦੇ ਸਮਰਥਕ, ਇਹ ਵੀ ਵੇਖੋ ਸਭ ਤੋਂ ਪਹਿਲਾਂ ਜਿਹੜਾ ਹੈਗਾ ਸੀ ਕਿੱਥੇ ਹੋਂਦ ਚ ਆਇਆ, ਉੱਥੇ ਕਿੰਨੇ ਇਸਨੂੰ ਹੋਂਦ ਦਿਵਾਈ ਸੀ। ਹੁਣ ਇੱਕ ਆ ਗਿਆ ਕਿ ਇੰਗਲੈਂਡ ਦੇ ਵਿੱਚ ਜਿਹੜੇ ਇਸਦੇ ਸਮਰਥਕ ਸੀ ਵਿਲੀਅਮ ਵਰਡਸਵਰਥ ਸੀ, ਜੋ ਕਿ ਐਜ਼ ਅ ਪਰਸਨ ਸੀ ਜੋ ਕਿ ਕਾਫੀ ਮੰਨੇ ਜਾਂਦੇ ਹੈਗੇ ਨੇ। ਫਿਰ ਸ਼ੈਲੇ ਆ ਗਏ, ਕਾਲਰਿਜ ਆ ਗਏ, ਬਲੇਕ ਆ ਗਏ, ਰੋਬਰਟ ਬਰਾਊਨਿੰਗ ਆ ਗਏ। ਸੋ ਇਹ ਜਿਹੜੇ ਇੱਕ ਤਰੀਕੇ ਨਾਲ ਇੰਗਲੈਂਡ ਦੇ ਵਿੱਚ ਸਮਰਥਕ ਹੈਗੇ ਸੀ। ਰੋਮਾਂਸਵਾਦ ਚ ਵਿਦਰੋਹ ਦੀ ਭਾਵਨਾ ਕਿਸ ਦੇ ਅੰਤਰਗਤ ਆਈ? ਨਵ ਸਨਾਤਨੀ ਜਿਹੜੇ ਹੈਗਾ ਸੀ ਉਸ ਦੇ ਅੰਤਰਗਤ ਆਈ। ਪਹਿਲਾਂ ਸਨਾਤਨੀ ਸੀ, ਫਿਰ ਨਵ ਸਨਾਤਨੀ ਆ, ਜੋ ਕਿ ਅਸੀਂ ਟੌਪਿਕ ਦੇ ਵਿੱਚ ਆਲਰੇਡੀ ਡਿਸਕਸ ਕੀਤਾ ਹੋਇਆ ਸੀ। ਜਦੋਂ ਇਹ ਆਇਆ ਉਸ ਤੋਂ ਬਾਅਦ ਕੀ ਹੈਗਾ ਸੀ? ਰੋਮਾਂਸਵਾਦ ਹੋਂਦ ਚ ਆਉਣਾ ਸ਼ੁਰੂ ਹੋ ਗਿਆ ਸੀ, ਕਿਉਂਕਿ ਸਨਾਤਨੀ ਸਾਹਿਤ ਦੇ ਵਿੱਚ ਕਾਫੀ ਰੋਕਾਂ ਸੀ। ਕੁਝ ਵੀ ਅਸੀਂ ਨਹੀਂ ਕਰ ਸਕਦੇ, ਨਾ ਅਸੀਂ ਲਿਖਤੀ ਰੂਪ ਦੇ ਵਿੱਚ ਕੋਈ ਲਿਖ ਸਕਦੇ ਸੀ ਅੱਛੀ ਤਰੀਕੇ ਨਾਲ, ਨਾ ਹੋਰ। ਸੋ ਇਸ ਚੀਜ਼ ਨੂੰ ਜਿਹੜਾ ਇੱਕ ਧੱਕਾ ਜਿਹੜਾ ਲੱਗਾ ਸੀ। ਦਰਸ਼ਨ ਤੇ ਸਾਹਿਤ ਦੇ ਖੇਤਰ 'ਚ ਅਸਤਿਤਵਵਾਦੀ ਲਹਿਰ ਦੇ ਰੂਪ ਦੇ ਵਿੱਚ ਆਈ ਸੀ 1943 ਦੇ ਵਿੱਚ। ਕੌਣ ਆਪਣੇ ਆਪ ਨੂੰ ਫਿਨਾਮਿਨੋਲੋਜਿਸਟ ਅਖਵਾ ਕੇ ਖੁਸ਼ ਹੁੰਦੇ ਸੀ? ਸਾਰਤਰ। ਜਿਹੜੇ ਫਿਨਾਮਿਨੋਲੋਜਿਸਟ ਉਹ ਹੁੰਦੇ ਨੇ ਜੋ ਕਿ ਇਸ ਦੀ ਪੜ੍ਹਾਈ ਕਰਦੇ ਨੇ, ਜਿਸ ਦੀ ਸਟੱਡੀ ਕਰਦੇ ਹੈਗੇ ਨੇ। ਤੇ ਮੁੱਖ ਰੂਪ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਬੇਸਡ ਔਨ ਐਕਸਪੀਰੀਅੰਸ ਹੈਗੀ ਇਹ ਚੀਜ਼। ਜੋ ਵਿਅਕਤੀ ਐਕਸਪੀਰੀਅੰਸ ਤੌਰ ਤੇ ਚੀਜ਼ਾਂ ਨੂੰ ਸਮਝੇ, ਉਹਨਾਂ ਨੂੰ ਦੇਖੇ ਪਰਖੇ, ਸੋ ਇਹ ਉਸ ਤਰੀਕੇ ਦੇ ਨਾਲ ਆਉਂਦੀ ਹੈ। ਉਸ ਤੋਂ ਬਾਅਦ ਆਉਂਦੇ ਕਿ ਬੀਇੰਗ ਐਂਡ ਨਥਿੰਗਨੈਸ ਲੇਖ ਜਿਹੜਾ ਹੈਗਾ ਸੀ ਸਾਰਤਰ ਦੇ, ਕਾਫੀ ਇੰਪੋਰਟੈਂਟ ਹੈਗੇ ਨੇ ਤੇ ਇਹ ਯਾਦ ਰੱਖਣਾ। ਦਰਸ਼ਨ ਤੇ ਸਾਹਿਤ ਦੇ ਖੇਤਰ ਵਿੱਚ, ਅੱਛਾ ਇਹ ਉਹੀ ਰਾਇਨਾ ਗੀ। ਅੱਗੇ ਹੈਗਾ ਵਾ ਅਸਤਿਤਵਵਾਦੀ ਦਾਰਸ਼ਨਿਕ ਅਸਤਿਤਵ ਦਾ ਬੋਧ ਕਿਸ ਤਰ੍ਹਾਂ ਕਰਦੇ ਨੇ? ਵਿਸੰਗਤੀ, ਚਿੰਤਾ ਤੇ ਭੈ ਦੇ ਦੁਆਰਾ।
ਠੀਕ ਹੈ। ਮਤਲਬ ਉਹ ਜਿਵੇਂ ਕਹਿ ਸਕਦੇ ਹੋ ਕਿ ਮਨੁੱਖ ਦੀ ਲਾਈਫ ਦੇ ਵਿੱਚ ਅਸਤਿਤਵ ਦਾ ਬੋਧ ਕਿਵੇਂ ਹੁੰਦਾ ਹੈ, ਜਦੋਂ ਮਨੁੱਖ ਨੂੰ ਕਈ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਹੁੰਦਾ ਹੈ ਜਦੋਂ ਉਸਨੂੰ ਡਰ ਲੱਗਦਾ ਗਾ, ਉਸਨੂੰ ਕੁਝ ਸਮਝ ਨਹੀਂ ਆਉਂਦਾ ਕਿ ਅਸੀਂ ਕੱਲ ਰਹਿਣਾ ਵੀ ਆ ਕਿ ਨਹੀਂ। ਉਹ ਡਰ ਚਿੰਤਾ ਭੈ ਜਦੋਂ ਇਹੋ ਜਿਹੀ ਚੀਜ਼ਾਂ ਆਉਂਦੀਆਂ ਨੇ ਮਨੁੱਖ ਨੂੰ ਘੇਰ ਲੈਂਦੀਆਂ, ਉਦੋਂ ਮਨੁੱਖ ਨੂੰ ਕੀ ਹੁੰਦਾ ਵਾ, ਆਪਣੇ ਅਸਤਿਤਵ ਦਾ ਬੋਧ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਹੁੰਦਾ ਕਿ ਅਸੀਂ ਹੋਰ ਜੀ ਆਪਣੇ ਆਪ ਬਾਰੇ ਹੋਰ ਥੋੜੀ ਜਿਹੀ ਐਕਸਪੈਰੀਮੈਂਟ ਕਰੀਏ, ਅਸੀਂ ਕੀ ਕੁਛ ਕਰ ਸਕਦੇ ਹਾਂ। ਫਿਰ ਇਹ ਹੁੰਦਾ ਕਿ ਅਗਰ ਅਸੀਂ ਕਾਸ਼ ਬਚੀਏ ਤਾਂ। ਠੀਕ ਹੈ। ਕਿਸੇ ਨਾਵਲਾਂ ਦੇ ਵਿੱਚ ਮੁੱਖ ਪਾਤਰ ਜਿਹੜੇ ਹੈਗੇ ਸੀ ਬਸੰਤੀ ਤੇ ਚਿੰਤਾ ਮਹਿਸੂਸ ਕਰਦੇ ਨੇ ਸਾਰਤਰ। ਮਤਲਬ ਐਜ਼ ਪਾਤਰ ਜਿਹੜੇ ਹੈਗੇ ਨੇ ਉਹ ਵਿਸੰਤੀ ਤੇ ਚਿੰਤਾ ਕਿਸ ਦੇ ਨਾਵਲਾਂ ਦੇ ਵਿੱਚ ਮਹਿਸੂਸ ਕਰਦੇ ਨੇ, ਉਹ ਸਾਰਤਰ ਸੀ। ਆਧੁਨਿਕ ਅਸਤਿਤਵਾਦੀ ਦਰਸ਼ਨ ਚ ਸਭ ਤੋਂ ਪ੍ਰਮੁੱਖ ਪ੍ਰਸ਼ਨ ਕਿਸ ਨਾਲ ਸੰਬੰਧਿਤ ਰਹੇ ਨੇ, ਮਨੁੱਖ ਦੇ ਹੋਂਦ ਤੇ ਨਿਰਹੋਂਦ ਦੇ ਬਾਰੇ ਹੀ। ਉਹੀ ਆ ਗਿਆ ਕਿ ਆਧੁਨਿਕ ਹੈਗਾ ਵਾ ਤੇ ਮੋਸਟਲੀ ਅਸਤਿਤਵਵਾਦੀ ਹੋਏਗਾ। ਪਿੱਛੇ ਅਸੀਂ ਪੜ੍ਹਿਆ ਕਿ ਹੋਂਦ ਤੇ ਨਿਰਹੋਂਦ ਹੋਣੀ ਇਹਨਾਂ ਦੇ ਦੁਆਲੇ ਹੀ ਮਨੁੱਖ ਦੀ ਜਿਹੜੀ ਹੈਗੀ ਹੈ ਜ਼ਿੰਦਗੀ ਇੱਥੇ ਘੁੰਮਦੀ ਦਿਖਾਈ ਗਈ ਹੈ। ਅਸਤਿਤਵਵਾਦੀ ਕਿਸ ਵਿੱਚ ਵਿਸ਼ਵਾਸ ਨਹੀਂ ਰੱਖਦੇ, ਨਿਯਤੀ ਦੇ ਵਿੱਚ। ਅਸਤਿਤਵਵਾਦ ਵਿੱਚ ਦਾਰਸ਼ਨਿਕ ਪ੍ਰਵਿਰਤੀ ਕਿਸ ਤਰ੍ਹਾਂ ਦੀ ਹੈ, ਵਿਰੋਧ ਤੇ ਵਿਦਰੋਹ ਵਾਲੀ। ਮਤਲਬ ਕਹਿ ਸਕਦੇ ਹੋ ਕਿ ਅਮ ਜਿਵੇਂ ਹੁਣ ਕਹਿ ਸਕਦੇ ਹੋ ਕਿ ਇੱਕ ਅਸਤਿਤਵ ਜਦੋਂ ਚੱਲਦਾ ਹੈ ਮਨੁੱਖ ਦੇ, ਉਸ ਦੇ ਵਿੱਚ ਪੋਜ਼ਿਟਿਵਿਟੀ ਨਹੀਂ ਹੁੰਦੀ। ਇਹ ਵੀ ਇੱਕ ਕਹਿ ਸਕਦਾ ਇਹਦਾ ਇੱਕ ਮਾਈਨਸ ਪੁਆਇੰਟ ਹੈਗਾ ਵਾ ਜਿਹੜਾ ਅਸਤਿਤਵਵਾਦੀ ਵਿਚਾਰਧਾਰਾ ਹੈਗਾ ਵਾ, ਕਿਉਂਕਿ ਉਸ ਦੇ ਵਿੱਚ ਹਮੇਸ਼ਾ ਅਸੀਂ ਨੈਗੇਟਿਵ ਥਾਟ ਹੀ ਜ਼ਿਆਦਾ ਦੇਖਦੇ ਹਾਂ। ਉਹੀ ਆਂਦਾ ਕਿ ਮਨੁੱਖ ਦੀ ਹੋਂਦ ਕੀ ਹੈਗੀ ਹੈ, ਕਿ ਜੇਕਰ ਇਹ ਚੀਜ਼ਾਂ ਹੋਣਗੀਆਂ ਮਨੁੱਖ ਬਚੇਗਾ ਵੀ ਨਹੀਂ, ਉਸਨੂੰ ਆਪਣੀ ਹੋਂਦ ਦੇ ਬਾਰੇ ਪਹਿਲਾਂ ਦੇਖਣਾ ਚਾਹੀਦਾ। ਸੋ ਇਹ ਕਿ ਨੈਗੇਟਿਵ ਪੱਖ, ਵਿਦਰੋਹ ਵਿਰੋਧ ਵਾਲੀ ਸੁਰ ਜ਼ਿਆਦਾ ਇਸ ਦੇ ਵਿੱਚ ਦਿਖਦੀ ਗਈ ਹੈ, ਪੋਜ਼ਿਟਿਵ ਇਸ ਦੇ ਵਿੱਚ ਨਹੀਂ ਹੈਗਾ। ਅੱਗੇ ਹੈਗਾ ਹੈ ਕਿ ਭਾਰਤੀ ਸਾਹਿਤ ਵਿੱਚ ਸਾਰਤਰ ਤੇ ਉਸਦੇ ਅਸਤਿਤਵਵਾਦ ਦਾ ਨਾਂ ਜਦੋਂ ਹੈਗਾ ਸੀ ਮਕਬੂਲ ਹੋਇਆ ਕਦੋਂ, 1960 ਤੋਂ 70 ਦੇ ਵਿੱਚ ਜ਼ਿਆਦਾਤਰ ਇਹ ਜ਼ਿਆਦਾ ਦੇਖਿਆ ਗਿਆ ਸੀ। ਤੇ ਪੰਜਾਬੀ ਦੇ ਵਿੱਚ ਅੱਗੇ ਹੈਗਾ ਵਾ ਪ੍ਰਗਤੀਵਾਦੀ ਕਾਵਿਧਾਰਾ ਦਾ ਵੀ ਗਠਨ ਸ਼ੁਰੂ ਹੋਇਆ ਸੀ ਬੈਕ 1960 ਤੋਂ ਬਾਅਦ। ਕਿਸ ਨੇ ਵਿਅਕਤੀ ਨੂੰ ਪ੍ਰੋਜੈਕਟ ਕਿਹਾ ਹੈ, ਸਾਰਤਰ ਨੇ, ਕਿ ਵਿਅਕਤੀ ਇੱਕ ਪ੍ਰੋਜੈਕਟ ਹੈਗਾ ਜਿਸ ਨੂੰ ਅਸੀਂ ਇੱਕ ਮੇਨ ਸੈਂਟਰ ਦੇ ਵਿੱਚ ਰੱਖ ਕੇ ਉਸਨੂੰ ਅਸੀਂ ਪਰਖ ਸਕਦੇ ਹਾਂ। ਅੱਗੇ ਹੈਗਾ ਹੈ ਨੋਵੇਲਾ ਸ਼ਬਦ, ਜੋ ਕਿ ਨੋਵਲ ਜਿਹੜਾ ਹੈਗਾ ਉਸਦੇ ਨਾਲ ਹੁਣ ਸ਼ੁਰੂ ਹੋ ਗਏ ਨੇ। ਨੋਵੇਲਾ ਸ਼ਬਦ ਆਇਆ ਹੈਗਾ ਕਿੱਥੋਂ, ਇਟਾਲੀਅਨ ਤੋਂ। ਇਹ ਇਟਾਲੀਅਨ ਵਰਡ ਹੈਗਾ ਹੈ ਤੇ ਨੋਵੇਲੇ ਸ਼ਬਦ ਦਾ ਭਾਸ਼ਾ ਕਿਹੜੀ ਦਾ ਹੈਗਾ, ਉਹ ਹੀ ਇਟਾਲੀਅਨ ਭਾਸ਼ਾ ਦਾ ਹੈਗਾ ਵਾ। ਨੋਵੇਲਾ ਸ਼ਬਦ ਦਾ ਅਰਥ ਹੈਗਾ ਕੀ ਹੈਗਾ ਵਾ, ਓਕੇ ਸੋ ਇਸ ਦੇ ਅਰਥ ਦਿੱਤੇ ਹੋਏ ਨੇ ਬੋਕੈਚਿਓ, ਮਾਰਗੁਰੀਟ, ਜਾਰਜ ਪੈਂਤੀ, ਸਰਵੈਂਟਿਜ਼ ਆਦਿ ਲੇਖਕਾਂ ਵੱਲੋਂ ਜਿਹੜੀਆਂ ਰੋਚਕ ਤੇ ਨਵੀਆਂ ਕਹਾਣੀਆਂ ਲਿਖੀਆਂ, ਉਹਨਾਂ ਨੇ ਇਹਨਾਂ ਨੂੰ ਨੋਵੇਲਾ ਸ਼ਬਦ ਜਿਹੜਾ ਹੈਗਾ ਸੀ ਉਹ ਪ੍ਰਦਾਨ ਕਰ ਦਿੱਤਾ ਸੀ। ਦ ਕ੍ਰਾਫਟ ਆਫ ਫਿਕਸ਼ਨ ਕਿਸ ਦੀ ਰਚਨਾ ਹੈਗੀ ਹੈ, ਬਲਕ ਦੀ। ਦ ਕ੍ਰਾਫਟ ਆਫ ਫਿਕਸ਼ਨ ਦੇ ਵਿੱਚ ਇਹ ਨਾਵਲ ਹੈਗਾ ਹੈ, ਕੀ ਦੱਸਿਆ ਹੋਇਆ ਹੈ ਕਿ ਹਰ ਨਾਵਲ ਆਪਣੇ ਨਾਲ ਇੱਕ ਫਾਰਮ ਵੀ ਲੈ ਕੇ ਆਉਂਦਾ ਹੈ। ਨਾਵਲ ਦੇ ਵਿੱਚ ਕਿਹੜੇ ਗੁਣ ਭੇਦ ਹੋ ਜਾਂਦੇ ਨੇ, ਵਸਤੂ ਤੇ ਰੂਪ। ਇਹਨਾਂ ਬਾਰੇ ਤਾਂ ਤੁਹਾਨੂੰ ਪਤਾ ਹੈਗਾ, ਰੂਪਵਾਦ ਦੇ ਵਿੱਚ ਪੜਿਆ ਹੁੰਦਾ ਜ਼ਿਆਦਾ। ਰੂਪ ਹੀ ਵਸਤੂ ਨੂੰ ਜਨਮ ਦਾ, ਸੰਭਾਲਦਾ ਤੇ ਕਾਇਮ ਰੱਖਦਾ ਹੈਗਾ ਵਾ। ਕਥਨ ਹੈਗਾ ਸੀ ਹੈਨਰੀ ਜੇਮਸ ਦਾ। ਜਦੋਂ ਇਹ ਕਿਹਾ ਜਾਂਦਾ ਹੈ ਕਿ ਨਾਵਲ ਵਿੱਚੋਂ ਕੋਈ ਰੂਪ ਨਹੀਂ ਉੱਭਰਦਾ, ਤਾਂ ਇਸ ਦਾ ਮਤਲਬ ਹੈ ਕਿ ਨਾਵਲਕਾਰ ਨੇ ਵਿਸ਼ੇ ਦੀ ਚੋਣ ਠੀਕ ਤਰੀਕੇ ਨਾਲ ਨਹੀਂ ਕੀਤੀ। ਜ਼ਿਆਦਾਤਰ ਨਾ ਜਿਹੜੇ ਇਹ ਪਰਸਨ ਹੈਗੇ ਨੇ, ਇਹ ਵਿਸ਼ੇ ਦੇ ਥਰੂ ਜਿਹੜਾ ਹੈਗਾ ਇਹ ਕਹਿ ਸਕਦੇ ਹੋ ਤੁਸੀਂ ਰੂਪ ਨੂੰ ਉਭਾਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ। ਜੇਕਰ ਇਸ ਦੇ ਵਿੱਚ ਵਿਸ਼ਾ ਨਹੀਂ ਚੰਗਾ ਹੈਗਾ ਤਾਂ ਉਸ ਦੇ ਵਿੱਚ ਰੂਪ ਉੱਭਰ ਕੇ ਉਸਦਾ ਸਾਹਮਣੇ ਨਹੀਂ ਆਉਂਦਾ ਹੈਗਾ। ਸੋ ਇਸੇ ਤਰੀਕੇ ਨਾਲ ਜੇਕਰ ਨਾਵਲ ਵਿੱਚ ਕੋਈ ਰੂਪ ਨਹੀਂ ਉੱਭਰਦਾ ਪਿਆ, ਮਤਲਬ ਇਹ ਆ ਗਿਆ ਕਿ ਉਸ ਦੇ ਵਿੱਚ ਵਿਸ਼ੇ ਦੀ ਚੋਣ ਨਹੀਂ ਸਹੀ ਕੀਤੀ। ਉਹ ਹੀ ਆ ਗਿਆ ਕਿ ਜੇਕਰ ਵਿਸ਼ਾ ਵਧੀਆ ਹੋਏਗਾ ਤੇ ਉਹ ਕਈ ਪੱਖਾਂ ਨੂੰ ਉਭਾਰ ਕੇ ਉਹ ਸਾਹਮਣੇ ਲੈ ਕੇ ਆਏਗਾ। ਤੇ ਜੇ ਉਹ ਚੀਜ਼ ਠੰਡੀ ਪੈ ਜਾਂਦੀ ਹੈਗੀ ਹੈ ਜਿੱਤੇ ਉੱਤੇ ਬੇਸਡ ਹੀ ਸਟੋਰੀ ਹੋਣੀ ਹੈ, ਤੇ ਉਹ ਕਿਸੇ ਚੀਜ਼ ਨੂੰ ਹੋਰ ਉਭਾਰ ਹੀ ਨਹੀਂ ਸਕਦਾ ਹੈਗਾ। ਰੂਪ ਕਿਸ ਵਿੱਚੋਂ ਉੱਭਰਦਾ ਹੈ, ਵਿਸ਼ੇ ਵਸਤੂ ਦੀ ਗਤੀਸ਼ੀਲਤਾ ਦੇ ਵਿੱਚੋਂ। ਹੁਣ ਸਟੋਰੀ ਅੱਗੇ ਜਾਂਦੀ ਹੈ, ਸਾਨੂੰ ਵਧੀਆ ਚੀਜ਼ਾਂ ਲੱਭਦੀਆਂ ਨੇ, ਵਰਡਸ ਨਵੇਂ ਬਣਨੇ ਸ਼ੁਰੂ ਹੁੰਦੇ ਨੇ, ਸ਼ੈਲੀ ਵੇਖਣ ਨੂੰ ਮਿਲਦੀ ਹੈ ਕਿਸ ਤਰੀਕੇ ਨਾਲ ਰਾਈਟਰ ਨੇ ਯੂਜ਼ ਕੀਤੀ। ਸੋ ਉਹ ਜੇਕਰ ਵਿਸ਼ਾ ਹੀ ਤਗੜਾ ਨਹੀਂ ਹੋਏਗਾ ਤਾਂ ਬਾਕੀ ਚੀਜ਼ਾਂ ਕਿੱਥੇ ਜਾਣਗੀਆਂ। ਅੱਗੇ ਹੈਗਾ ਪਰਸੀ ਬਲਕ ਨਾਵਲ ਰੂਪ ਦੇ ਕਿਹੜੇ ਦੋ ਪੱਖਾਂ ਵੱਲ ਵਧੇਰੇ ਧਿਆਨ ਦਿੰਦਾ ਹੈ, ਦ੍ਰਿਸ਼ ਸੂਚਕ ਤੇ ਮਹਾਦ੍ਰਿਸ਼ ਸੂਚਕ। ਹੁਣ ਇੱਥੇ ਦ੍ਰਿਸ਼ ਸੂਚਕ ਦਾ ਮਤਲਬ ਹੈਗਾ ਹੈ ਕਿ ਨਾਵਲਕਾਰ ਵੱਲੋਂ ਪਿੱਛੇ ਰਹਿ ਕੇ ਕਹਾਣੀ ਨੂੰ ਬਿਆਨ ਕਰਨਾ। ਮਤਲਬ
ਸਾਈਡ ਬੈਕ ਤੋਂ ਉਹਨੇ ਦੱਸਣਾ ਇਸ ਦੇ ਬਾਰੇ। ਨਾਵਲ ਵਿੱਚ ਵਧੇਰੇ ਬਲ ਦਿੱਤਾ ਜਾਂਦਾ ਹੈਗਾ ਵਾ ਉਸਦਾ ਨਾਟਕੀ ਕਾਰਜ ਦੇ ਵਿੱਚ, ਜੋ ਕਿ ਅੱਗੇ ਲੈ ਕੇ ਜਾਂਦਾ ਹੈ ਸਟੋਰੀ ਨੂੰ। ਮਹਾਦ੍ਰਿਸ਼ ਸੂਚਕ ਵਿੱਚ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈਗਾ ਵਾ ਤਸਵੀਰੀ ਵਰਣਨ। ਹੁਣ ਇੱਥੇ ਇਹ ਵੀ ਦੇਖ ਲਓ ਕਿ ਦ੍ਰਿਸ਼ ਸੂਚਕ ਤੇ ਮਹਾਦ੍ਰਿਸ਼ ਸੂਚਕ ਦਾ ਮਤਲਬ ਕੀ ਹੁੰਦਾ ਹੈ। ਦ੍ਰਿਸ਼ ਸੂਚਕ ਦਾ ਮਤਲਬ ਹੁੰਦਾ ਕਿ ਬੈਕਗ੍ਰਾਉਂਡ ਦੇ ਉੱਤੋਂ ਜਿਹੜਾ ਰਾਈਟਰ ਹੁੰਦਾ ਹੈ ਉਸਨੇ ਸਾਰੀ ਸਟੋਰੀ ਬਿਆਨ ਕਰਨੀ, ਤੇ ਮਹਾਦ੍ਰਿਸ਼ ਸੂਚਕ ਜਿਹੜਾ ਹੁੰਦਾ ਹੈ ਇੱਕ ਤਰੀਕੇ ਨਾਲ ਉਸਦੇ ਵਿੱਚ ਤਸਵੀਰੀ ਵਰਣਨ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਕਿਸ ਨੂੰ ਪਹਿਲੀ ਵੰਨਗੀ ਦਾ ਨਾਵਲਕਾਰ ਮੰਨਿਆ ਜਾਂਦਾ ਹੈਗਾ ਵਾ? ਫਲਾਬੇਰਟੋ, ਫਸਟ ਪਰਸਨ ਜਿਵੇਂ ਕਹਿ ਸਕਦੇ ਹੋ। ਫਲਾਬੇਰ ਦੀ ਵਿਸ਼ੇਸ਼ਤਾ ਕਿ ਕਿਸੇ ਉਪਾਵਾਂ ਨੂੰ ਸਿੱਧੇ ਤੌਰ ਤੇ ਬਿਆਨ ਕਰਨ ਦੀ ਬਜਾਏ ਨਾਟਕੀ ਢੰਗ ਦੇ ਨਾਲ ਪੇਸ਼ ਕਰਦਾ ਸੀ। ਅੱਗੇ ਹੈਗਾ ਹੈ ਮਦਾਮ ਬਾਵੇਰੀ ਕਿਸ ਦੀ ਰਚਨਾ ਹੈ? ਫਲਾਬੇਰ ਦੀ, ਕਿਉਂਕਿ ਫਸਟ ਵੰਨਗੀ ਤੇ ਪਰਸਨ ਉਹੀ ਕਹਿ ਸਕਦੇ ਹੋ ਜਿਵੇਂ ਉਹਨਾਂ ਨੇ ਅੱਗੇ ਇੱਕ ਰੀਤ ਜਿਵੇਂ ਚਲਾਈ ਸੀ, ਤੇ ਉਹੀ ਕੀ ਗਈ ਉਹਨਾਂ ਦੀ ਰਚਨਾ ਇਹ ਮੰਨੀ ਜਾਂਦੀ ਹੈ। ਵੈਨਿਟੀ ਵੇਅਰ ਨੈਕਸਟ ਜਿਹੜੀ ਹੈਗੀ ਹੈ ਸਾਡੇ ਕੋਲ ਰਚਨਾ ਹੈਗੀ ਹੈ ਥੈਕਰੇ ਦੀ। ਕਿਸ ਨੇ ਨਾਵਲ ਨੂੰ ਪੂੰਜੀਵਾਦੀ ਯੁੱਗ ਦਾ ਨਾਵਲ ਕਿਹਾ ਹੈ? ਰਾਲਫ ਫੌਕਸ ਨੇ। ਕਿਸਨੇ 18ਵੀਂ ਸਦੀ ਨੂੰ ਅੰਗਰੇਜ਼ੀ ਨਾਵਲ ਦਾ ਸੁਨਹਿਰੀ ਯੁੱਗ ਕਿਹਾ ਹੈ? ਰਾਲਫ ਫੌਕਸ ਨੇ। ਕਵਿਤਾ ਦੇ ਵਿੱਚ ਹੀਰ ਰਚੀ ਸੀ ਕਿਸਨੇ? ਭਗਵਾਨ ਸਿੰਘ ਨੇ। ਕਲੀਆਂ 'ਚ ਹੀਰ ਰਚੀ ਸੀ ਕਿਸ਼ਨ ਸਿੰਘ ਆਰਿਫ ਨੇ। ਹੀਰ ਦਾ ਕਿੱਸਾ ਲਿਖਣ ਵਾਲੇ ਹੈਗੇ ਨੇ ਦਮੋਦਰ, ਅਹਿਮਦ ਗੁੱਜਰ, ਮੁਕਬਲ ਤੇ ਵਾਰਿਸ ਸ਼ਾਹ, ਜਿਹੜੇ ਕਿ ਮੋਸਟਲੀ ਪਰਸਨ ਜ਼ਿਆਦਾ ਹੋਏ ਨੇ ਬਾਰ-ਬਾਰ ਜਿਨ੍ਹਾਂ ਨੂੰ ਪੜ੍ਹਦੇ ਨੇ। ਤੇ ਕਿਸ ਕਿੱਸਾਕਾਰ ਨੇ ਹੀਰ ਦੇ ਕਿੱਸੇ 'ਚ ਆਪਣੀਆਂ 17 ਵੀ ਜੋੜੀਆਂ ਸੀ? ਹਦਾਇਤ ਉੱਲਾ ਨੇ। ਬੈਂਤ ਛੰਦ ਦਾ ਉਸਤਾਦ ਕਿੱਸਾਕਾਰ ਮੰਨੇ ਜਾਂਦੇ ਨੇ? ਵਾਰਿਸ ਸ਼ਾਹ। ਅਹਿਮਦ ਯਾਰ ਨੇ ਕਿਹੜੇ-ਕਿਹੜੇ ਕਿੱਸੇ ਲਿਖੇ ਸੀ? 35 ਦੇ ਲਗਭਗ ਕਿੱਸੇ ਸੀ। ਹੀਰ ਰਾਂਝਾ, ਸੱਸੀ ਪੁੰਨੂ, ਯੂਸੁਫ ਜ਼ੁਲੈਖਾ, ਕਾਮਰੂਪ, ਹਾਤਮ ਤਾਈ, ਚੰਦਨ ਬਦਨ ਤੇ ਸੈਫੁਲ ਮਲੂਕ, ਜਿਨ੍ਹਾਂ ਦੇ ਵਿੱਚੋਂ ਕਿੱਸੇ ਉਹਨਾਂ ਦੇ ਗਿਣੇ ਜਾਂਦੇ ਨੇ। ਫਜ਼ਲ ਸ਼ਾਹ ਦੇ ਕਿੱਸੇ ਹੈਗੇ ਨੇ ਸੱਸੀ ਪੁੰਨੂ, ਹੀਰ ਰਾਂਝਾ, ਲੈਲਾ ਮਜਨੂ ਤੇ ਯੂਸੁਫ ਜ਼ੁਲੈਖਾ। ਮੀਆਂ ਮੁਹੰਮਦ ਬਖਸ਼ ਦੇ ਕਿੱਸੇ ਕਿਹੜੇ ਹੈਗੇ ਨੇ? ਸੈਫੁਲ ਮਲੂਕ, ਸ਼੍ਰੀ ਫਰਹਾਦ, ਸੋਹਣੀ ਮਹੀਵਾਲ, ਮਿਰਜ਼ਾ ਸਾਹਿਬਾ, ਸ਼ਾਹ ਮਨਸੂਰ। ਕਾਦਰਿਆ ਦੇ ਕਿੱਸੇ ਦੀ ਭਾਸ਼ਾ ਫਾਰਸੀ ਪ੍ਰਭਾਵ ਵਾਲੀ ਸੀ। ਇਸਲਾਮੀ ਸ਼ਬਦਾਵਲੀ ਦੀ ਕਾਫੀ ਵਰਤੋਂ ਵਿੱਚ ਕੀਤੀ ਗਈ ਸੀ। ਕਿੱਸਾ ਪੂਰਨ ਪੂਰਨ ਭਗਤ ਦਾ ਕਿੱਸਾ ਲਿਖਣ ਵਾਲੇ ਜਿਹੜੇ ਹੈਗੇ ਸੀ ਉਹਨੂੰ ਇਨਾਮ 'ਚ ਮਿਲਿਆ ਸੀ ਇੱਕ ਖੂਹ, ਤੇ ਇਸ ਦਾ ਕਿੱਸਾ ਜਿਹੜਾ ਹੈਗਾ ਸੀ ਪੂਰਨ ਭਗਤ ਦਾ ਇੱਕ ਸਦਾਚਾਰਕ ਕਿੱਸਾ ਸੀ। ਕਿੱਸਾ ਲਿਖਣ ਲਈ ਵਰਤੀਆਂ ਜਿਹੜੀਆਂ ਸ਼ੈਲੀਆਂ ਹੈਗੀਆਂ ਸੀ, ਇੱਕ ਆ ਗਈ ਸਾਡੇ ਕੋਲ ਸੂਤਰਕ ਸ਼ੈਲੀ, ਸੈਕਿੰਡ ਆ ਜਾਂਦੀ ਸਾਡੇ ਕੋਲ ਵਿਸਤ੍ਰਿਤ ਸ਼ੈਲੀ। ਹੁਣ ਯੂਸੁਫ ਜ਼ੁਲੈਖਾ ਦਾ ਕਿੱਸਾ ਲਿਖਣ ਵਾਲੇ 'ਚ ਸਦੀਕ ਲਾਲੀ, ਅਬਦੁਲ ਹਕੀਮ ਬਹਾਵਲਪੁਰੀ ਆ ਜਾਂਦੇ ਨੇ। ਸੱਸੀ ਪੁੰਨੂ ਦਾ ਕਿੱਸਾ ਲਿਖਣ ਵਾਲੇ ਜਿਹੜੇ ਹੈਗੇ ਨੇ ਸਾਡੇ ਕੋਲ ਆਦਤ ਬਹਿਬਲ। ਨੈਕਸਟ ਹੈਗੇ ਨੇ ਸਾਡੇ ਕੋਲ ਸੁੰਦਰ ਰਾਮ ਆਰਾਮ। ਨੈਕਸਟ ਹੈਗੇ ਨੇ ਹਾਸ਼ਮ, ਰਹਿਣ ਵਾਲੇ ਸੀ ਕਿੱਥੋਂ ਦੇ? ਜਗਦੇਵ ਕਲਾ ਦੇ। ਅੱਗੇ ਹੈਗੇ ਨੇ ਸੱਸੀ ਪੁੰਨੂ 'ਚ ਹਾਸ਼ਮ ਦੁਆਰਾ ਵਰਤਿਆ ਜਿਹੜਾ ਛੰਦ ਸੀ ਦਵਈਆ। ਵਾਰਿਸ ਸ਼ਾਹ ਦੇ ਕਿੱਸੇ ਦਾ ਅੰਤ ਜਿਹੜਾ ਹੈਗਾ ਸੀ ਉਹ ਕਿਸ ਰੂਪ ਦੇ ਵਿੱਚ ਹੋਇਆ? ਦੁਖਾਂਤਕ ਰੂਪ ਦੇ ਵਿੱਚ। ਅੱਗੇ ਹੈਗਾ ਵਾਰਿਸ ਸ਼ਾਹ ਦੇ ਗੁਰੂ ਦਾ ਨਾਮ ਹੈਗਾ ਸੀ ਮਖਦੂਮ ਮੁਰਤਜ਼ਾ। ਕਿਹੜੇ ਕਿੱਸਾਕਾਰਾਂ ਨੇ ਬਾਕੀ ਦੇ ਕਿੱਸਾਕਾਰਾਂ ਬਾਰੇ ਵੀ ਟਿੱਪਣੀਆਂ ਕੀਤੀਆਂ ਸੀ, ਜਿਵੇਂ ਤੁਸੀਂ ਪੜ੍ਹਦੇ ਹੋ ਉਹਨਾਂ ਨੇ। ਤੇ ਅੱਗੇ ਹੈਗੇ ਸੀ ਹਾਫਿਜ਼ ਬਰਖੁਦਾਰ ਸੀ। ਉਸ ਤੋਂ ਬਾਅਦ ਹੈਗੇ ਸਾਡੇ ਕੋਲ ਅਹਿਮਦ ਯਾਰ, ਫਿਰ ਹੈਗੇ ਨੇ ਨੈਕਸਟ ਸਾਡੇ ਕੋਲ ਮੁਹੰਮਦ ਬਖਸ਼। ਉਸ ਤੋਂ ਬਾਅਦ ਕਿਹੜੇ ਕਿੱਸਾਕਾਰ ਨੇ ਕਿਸੇ ਨੂੰ ਪੰਜਾਬੀ ਸੱਭਿਆਚਾਰ ਦੀ ਤਸਵੀਰ ਕਿਹਾ ਹੈਗਾ ਵਾ? ਉਹ ਹੈਗੇ ਨੇ ਵਾਰਿਸ ਸ਼ਾਹ, ਕਿਉਂਕਿ ਉਹਨਾਂ ਨੇ ਕਾਫੀ ਜਿਹੜਾ ਹੈਗਾ ਸੀ ਸੱਭਿਆਚਾਰ ਨੂੰ ਉਸਦੇ ਵਿੱਚ ਜਿਹੜਾ ਬਿਆਨ ਕੀਤਾ ਹੈਗਾ ਸੀ। ਮੱਧਕਾਲ ਦੇ 5 ਕਿੱਸਾਕਾਰ ਜਿਹੜੇ ਹੈਗੇ ਸੀ ਮੁਕਬਲ, ਵਾਰਿਸ ਸ਼ਾਹ, ਚਿਰਾਗ ਅਵਾਨ, ਹਾਸ਼ਮ। ਉਸ ਤੋਂ ਬਾਅਦ ਹੈਗੇ ਸੀ ਨੈਕਸਟ ਸਾਡੇ ਕੋਲ ਕਾਦਰ ਯਾਰ। ਅੱਗੇ ਹੈਗੇ ਸੀ ਜੋਨਾਥਨ ਵਾਈਲਡ, ਕਿਸ ਦੀ ਰਚਨਾ ਹੈ? ਹੈਨਰੀ ਫੀਲਡਿੰਗ ਦੀ। ਉਸ ਤੋਂ ਬਾਅਦ ਨੈਕਸਟ ਹੈਗੇ ਨੇ ਸਾਡੇ ਕੋਲ 19ਵੀਂ ਸਦੀ ਦੇ ਨਾਵਲਕਾਰਾਂ ਚੋਂ ਫੌਕਸ ਕਿਸ ਨੂੰ ਮਹੱਤਵਪੂਰਨ ਮੰਨਦੇ ਨੇ? ਬਾਲਜ਼ਾਕ ਨੂੰ। ਫੌਕਸ ਦੁਆਰਾ 19ਵੀਂ ਸਦੀ 'ਚ ਲਿਖੇ 3 ਸ਼੍ਰੇਸ਼ਟ ਨਾਵਲ ਜਿਹੜੇ ਮੋਸਟ ਮੰਨੇ ਗਏ ਨੇ ਉਹ ਹੈਗੇ ਨੇ ਵੂਡਰਿੰਗ ਹਾਈਟਸ, ਜੂਡ ਦੀ ਓਬਸਕਿਓਰ, ਦ ਵੇਲ ਆਫ ਆਲ ਫਲੈਸ਼। ਇਹ ਜਿਹੜੇ ਹੈਗੇ ਨੇ ਇਹ ਤਾਂ ਮੈਂ ਕਰਵਾ ਰਹੀ ਹਾਂ ਕਿਉਂਕਿ ਇਹ ਕਾਫੀ ਜਿਹੜੇ ਰਾਈਟਰਸ ਜਿਵੇਂ ਹੁਣ ਆਲੋਚਨਾ ਵਾਲੇ ਹੈਗੇ ਨੇ ਉਹਨਾਂ ਦੀਆਂ ਬੁੱਕਸ ਮੇਰੇ ਕੋਲ ਪਈਆਂ ਹੋਈਆਂ ਨੇ, ਸੋ ਉਹਨਾਂ ਦੇ ਜਿਹੜੇ ਟੌਪਿਕ ਉਹਨਾਂ ਨੇ ਲਿਖੇ ਸੀ ਉਹਨਾਂ ਦੇ ਵਿੱਚੋਂ ਕਰਵਾ ਰਹੀ ਹਾਂ। ਅੱਗੇ ਹੈਗੇ ਨੇ ਨਾਵਲ ਕਿਸ ਦਾ ਮਹਾਕਾਵਿ ਹੈਗਾ? ਇਹ ਆਧੁਨਿਕ ਬੁਰਜ਼ੂਆ ਸਮਾਜ। ਬੁਰਜ਼ੂਆ ਸਮਾਜ ਤੁਹਾਨੂੰ ਪਤਾ ਹੀ ਹੈ ਬੈਕਗ੍ਰਾਉਂਡ ਜਿਹੜੀ ਕਲਾਸ ਹੁੰਦੀ ਹੈ ਇਹੋ ਜੀ ਇੱਕ ਕਹਿ ਸਕਦੇ ਹੋ ਕਲਾਸ ਉਹਨਾਂ ਨੇ
ਜਿਵੇਂ ਕਹਿ ਸਕਦੇ ਹੋ ਤੁਸੀਂ ਕਿ ਜਿਵੇਂ ਉਦੋਂ ਸੰਘਰਸ਼ ਚੱਲਦੇ ਸੀ ਨਾ, ਤਾਂ ਇੱਕੋ ਉਹਨਾਂ ਨੂੰ ਜਮਾਤ ਕਹਿ ਦਿੱਤਾ ਜਾਂਦਾ ਹੈਗਾ ਸੀ, ਜੋ ਕਿ ਉਹਨਾਂ ਦੇ ਨਾਲ ਰਿਲੇਟਡ ਹੈਗੇ ਸੀ। ਰੋਲ ਫੌਕਸ ਕਿਸ ਦੁਆਰਾ ਸਮਾਜ ਦੀ ਭਰਪੂਰ ਅਭਿਵਿਅਕਤੀ ਹੋਈ ਹੈ? ਮਹਾਕਾਵ। ਕਿ ਮਹਾਕਾਵ ਥਰੂ ਹੀ ਜੋ ਸਮਾਜ ਹੈਗਾ ਹੈ, ਉਸਦੇ ਅਸੀਂ ਜੋ ਵੀ ਸਮੱਸਿਆ ਉਹਨਾਂ ਨੂੰ ਸਾਹਮਣੇ ਰੱਖ ਸਕਦੇ ਹਾਂ। ਕੌਣ ਨਾਵਲ ਲਿਖਣ ਨੂੰ ਦਾਰਸ਼ਨਿਕ ਕਾਰਜ ਮੰਨਦਾ ਹੈ? ਪੋਜ਼ਿਟਿਵ। ਉਹ ਹੈਗਾ ਸੀ ਰਾਲ ਫੌਕਸ। ਅੰਗਰੇਜ਼ੀ ਦਰਸ਼ਨ ਕਿਸ ਦਾ ਨਤੀਜਾ ਸੀ? ਬ੍ਰਿਟੇਨ ਦੀ ਪੂੰਜੀਵਾਦੀ ਕ੍ਰਾਂਤੀ। ਠੀਕ ਹੈ, ਸੋ ਇਹ ਹੈਗਾ ਸੀ ਅੱਜ ਦਾ ਟੌਪਿਕ। ਆਈ ਹੋਪ ਵਧੀਆ ਲੱਗਾ ਹੈਗਾ। ਇਸ ਤੋਂ ਅੱਗੇ ਵੀ ਕਰਵਾ ਦਾਂਗੀ ਬਾਅਦ ਦੇ ਵਿੱਚ। ਬਾਕੀ ਤੁਸੀਂ ਆਪਣੀ ਜਿਹੜੀ ਪੜ੍ਹਾਈ ਜਾਰੀ ਰੱਖੋ ਐਂਡ ਵੀਡੀਓ ਦੇਖਦੇ ਰਹੋ। ਥੈਂਕ ਯੂ।